ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਲਈ ਮੈਂ ਵੀਡੀਓ ਲੈ ਕੇ ਆਈ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਪੀ-ਟੈਟ ਦਾ ਪੇਪਰ ਆ ਚੁੱਕਾ ਹੈ। ਇਹਦੀ ਟੈਂਟੇਟਿਵ ਡੇਟ ਦਸੰਬਰ 'ਚ ਦੱਸੀ ਜਾ ਰਹੀ ਹੈ ਫਾਰਮ ਭਰਨ ਦੀ। ਸੋ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ। ਫਾਰਮ ਕਿਵੇਂ ਭਰਨਾ ਹੈ, ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ, ਐਗਜ਼ਾਮ ਪੈਟਰਨ ਕੀ ਹੋਵੇਗਾ, ਸਿਲੇਬਸ ਕੀ ਹੋਵੇਗਾ। ਸੋ ਵੀਡੀਓ ਸ਼ੁਰੂ ਕਰਦੇ ਹਾਂ। PSTET 2022। ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ PSTET ਦੇ ਐਗਜ਼ਾਮ ਦੇ ਦੋ ਪੇਪਰ ਹੁੰਦੇ ਨੇ, ਇੱਕ 1 ਤੇ ਇੱਕ 2। 1 ਉਹ ਟੀਚਰਸ ਪੜ੍ਹਦੇ ਨੇ ਜਿਨ੍ਹਾਂ ਨੇ ਕਲਾਸਿਸ 1 to 5 ਨੂੰ ਟੀਚ ਕਰਨਾ ਹੈ, ਅਤੇ ਅੱਪਰ ਪ੍ਰਾਇਮਰੀ ਲਈ ਜਿਨ੍ਹਾਂ ਨੇ ਕਲਾਸਿਸ 6 to 8 ਟੀਚ ਕਰਨਾ ਹੈ ਉਹ ਪੇਪਰ ਪੜ੍ਹਦੇ ਹਨ PSTET ਪੇਪਰ 2। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਦੀਆਂ ਡੇਟਸ ਕੀ ਹੋਣਗੀਆਂ। ਜਿਵੇਂ ਕਿ ਜੋ ਟੈਂਟੇਟਿਵ ਡੇਟ ਦੱਸੀ ਜਾ ਰਹੀ ਹੈ ਔਨਲਾਈਨ ਰਜਿਸਟ੍ਰੇਸ਼ਨ ਫॉर PSTET ਐਗਜ਼ਾਮ ਦੀ, ਉਹ ਦਸੰਬਰ 19 ਦੱਸੀ ਜਾ ਰਹੀ ਹੈ। ਔਨਲਾਈਨ ਰਜਿਸਟ੍ਰੇਸ਼ਨ ਦੀ ਡੇਟ 26 ਦਸੰਬਰ ਦੱਸੀ ਜਾ ਰਹੀ ਹੈ, ਅਤੇ ਜੋ ਐਡਮਿਟ ਕਾਰਡ ਮਿਲਣ ਦੀ ਡੇਟ ਔਨਲਾਈਨ ਰਜਿਸਟ੍ਰੇਸ਼ਨ ਦੀ ਐਂਡਿੰਗ ਦੇ 2 ਹਫ਼ਤੇ ਵਿੱਚ ਐਡਮਿਟ ਕਾਰਡ ਆ ਜਾਵੇਗਾ। ਐਗਜ਼ਾਮ ਡੇਟ 31 ਦਸੰਬਰ ਦੱਸਿਆ ਜਾ ਰਿਹਾ ਹੈ, ਅਤੇ ਫਿਰ ਤੁਹਾਡੇ ਕੋਲ ਗਿਣਤੀ ਦੇ ਹੀ ਦਿਨ ਬਚੇ ਹਨ, ਅਤੇ ਟਾਈਮ ਨਾਲ ਫਾਰਮ ਭਰੋ ਅਤੇ ਇਹਦੀ ਤਿਆਰੀ ਖਿੱਚ ਲਵੋ। ਠੀਕ ਹੈ ਜੀ। ਉਹਦੇ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਕਿ ਫਾਰਮ ਦਾ ਮੋਡ ਕੀ ਹੋਵੇਗਾ ਭਰਨ ਦਾ, ਇਹ ਕੋਈ ਆਫਲਾਈਨ ਮੋਡ ਨਹੀਂ ਹੈ। ਐਪਲੀਕੇਸ਼ਨ ਤੁਹਾਨੂੰ ਔਨਲਾਈਨ ਮੋਡ ਦੇ ਥਰੂ ਭਰਨੀ ਹੈ, ਅਤੇ ਜਿਹੜਾ ਐਗਜ਼ਾਮ ਦਾ ਮੋਡ ਹੋਵੇਗਾ ਉਹ ਆਫਲਾਈਨ ਮੋਡ ਹੋਵੇਗਾ, ਜਿਵੇਂ ਕਿ ਤੁਸੀਂ PDF ਵਿੱਚ ਚੈੱਕ ਕਰ ਪਾ ਰਹੇ ਹੋ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਕਿੰਨੀ ਦੇਰ ਦਾ ਪੇਪਰ ਹੋਵੇਗਾ। 180 ਮਿੰਟ ਦਾ ਪੇਪਰ ਹੋਏਗਾ, ਅਤੇ ਇਹਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਤੁਸੀਂ ਚੈੱਕ ਕਰ ਸਕਦੇ ਹੋ PSTET.PSEB.AC.in ਹੈ। ਪਲੀਜ਼ ਇਹਨੂੰ ਨੋਟ ਕਰ ਲਵੋ। ਇਹਨੂੰ ਹੀ ਕਲਿੱਕ ਕਰਕੇ ਤੁਸੀਂ ਆਪਣਾ ਔਨਲਾਈਨ ਫਾਰਮ ਭਰ ਪਾਵੋਗੇ। ਹੁਣ ਅਸੀਂ ਬੜੀ ਹੀ ਜ਼ਰੂਰੀ ਗੱਲ ਕਰਦੇ ਹਾਂ ਕਿ ਜੇ ਪੇਪਰ ਦੇਣਾ ਹੈ ਅਤੇ ਉਹਦੇ ਲਈ ਸਿਲੇਬਸ ਕੀ ਤਿਆਰ ਕਰਨਾ ਹੈ, ਅਤੇ ਪਲੀਜ਼ ਨੋਟ ਕਰ ਲਵੋ। ਬਾਕੀ ਮੇਰੀ ਇਹ ਵੀਡੀਓ ਤੁਹਾਨੂੰ ਕਾਫੀ ਹੈਲਪਫੁਲ ਹੋਵੇਗੀ ਸਿਲੇਬਸ ਦੇਖਣ ਲਈ। ਜੇ ਟੀਚਰਸ ਜਿਹੜਾ ਪੇਪਰ 1 ਪੜ੍ਹਨਾ ਚਾਹੁੰਦੇ ਹਨ ਉਹਨਾਂ ਨੂੰ ਤਿਆਰੀ ਕਰਨੀ ਪਏਗੀ ਚਾਈਲਡ ਡਿਵੈਲਪਮੈਂਟ ਅਤੇ ਪੈਡਾਗੋਗੀ ਦੀ। ਠੀਕ ਹੈ ਜੀ। ਮੈਥਸ ਦੀ ਤਿਆਰੀ ਕਰਨੀ ਪਏਗੀ। ਲੈਂਗੁਏਜ 1 ਦੇ ਪੇਪਰ ਦੀ, ਜਿਹੜਾ ਹਿੰਦੀ ਪੰਜਾਬੀ ਹੈ ਤੁਸੀਂ ਚੂਜ਼ ਕਰ ਸਕਦੇ ਹੋ। ਲੈਂਗੁਏਜ 2 ਵਿੱਚ ਤੁਸੀਂ ਇੰਗਲਿਸ਼, ਸੰਸਕ੍ਰਿਤ ਅਤੇ ਉਰਦੂ ਚੂਜ਼ ਕਰ ਸਕਦੇ ਹੋ, ਅਤੇ ਇਨਵਾਇਰਮੈਂਟ ਸਟੱਡੀਜ਼। ਇਹ ਪੇਪਰ 1 ਦੀਆਂ ਟੀਚਰਾਂ ਨੂੰ ਤਿਆਰੀ ਕਰਨੀ ਪਵੇਗੀ। ਜੇ ਅਸੀਂ ਪੇਪਰ 2 ਦੇ ਟੀਚਰਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਸਬਜੈਕਟ ਜਾਂ ਤਾਂ ਸਾਇੰਸ ਮੈਥ ਲੈਣਾ ਪਵੇਗਾ ਜਾਂ ਤਾਂ SST ਜਿਹੜਾ ਸੋਸ਼ਲ ਸਾਇੰਸ ਹੈ ਉਹ ਲੈਣਾ ਪਵੇਗਾ, ਜੋ ਵੀ ਉਹਨਾਂ ਨੇ B.Ed ਵਿੱਚ ਚੋਇਸ ਰੱਖੀ ਹੋਈ ਸੀ। ਉਹਦੇ ਤੋਂ ਇਲਾਵਾ ਅਸੀਂ ਗੱਲ ਕਰੀਏ ਚਾਈਲਡ ਡਿਵੈਲਪਮੈਂਟ ਅਤੇ ਪੈਡਾਗੋਗੀ ਪੇਪਰ 2 ਲਈ ਵੀ ਜ਼ਰੂਰੀ ਹੈ। ਲੈਂਗੁਏਜ 1 ਅਤੇ ਲੈਂਗੁਏਜ 2 ਦਾ ਪੇਪਰ ਵੀ ਪੇਪਰ 2 ਲਈ ਜ਼ਰੂਰੀ ਹੈ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਚਾਈਲਡ ਪੈਡਾਗੋਗੀ 'ਚ ਕੀ ਪੜ੍ਹਨਾ ਹੈ। ਜੇ ਤੁਸੀਂ ਧਿਆਨ ਨਾਲ ਦੇਖੋ ਇੱਥੇ ਪੂਰਾ ਸਿਲੇਬਸ ਦਿੱਤਾ ਗਿਆ ਹੈ, ਤੁਸੀਂ PDF ਨੂੰ ਧਿਆਨ ਨਾਲ ਪੜ੍ਹ ਸਕਦੇ ਹੋ, ਅਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ। ਇਹਦੇ ਵਿੱਚ ਪੂਰੀ ਡਿਟੇਲ ਦਿੱਤੀ ਗਈ ਹੈ। ਇਹਦੇ ਵਿੱਚ ਤੁਸੀਂ ਡਿਵੈਲਪਮੈਂਟ ਅਤੇ ਲਰਨਿੰਗ ਦੇ ਕੰਸੈਪਟਸ ਪੜ੍ਹੋਗੇ, ਹੈਰੀਡਿਟਰੀ ਅਤੇ ਇਨਵਾਇਰਮੈਂਟ ਦਾ ਇਨਫਲੂਐਂਸ ਪੜ੍ਹੋਗੇ, ਚਾਈਲਡ ਸੈਂਟਰਡ ਅਤੇ ਪ੍ਰੋਗਰੈਸਿਵ ਐਜੂਕੇਸ਼ਨ ਬਾਰੇ ਜਾਣੋਗੇ, ਲੈਂਗੁਏਜ ਅਤੇ ਥਾਟ ਬਾਰੇ ਜਾਣੋਗੇ। ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਫਾਰਮੂਲੇਸ਼ਨਸ ਐਂਡ ਅਸੈਸਮੈਂਟਸ ਆਫ ਰੈਡੀਨੈਸ ਆਫ ਦੀ ਲੈਵਲ ਆਫ ਦੀ ਲਰਨਰਸ ਹੁੰਦੀਆਂ ਨੇ ਉਹ ਪੜ੍ਹੋਗੇ। ਲਰਨਿੰਗ ਪੈਡਾਗੋਗੀ। ਓਕੇ। So education inclusive and exclusive, all that things you have to be learn, and this is your syllabus. Please have a look. And thereafter ਅਗਰ ਅਸੀਂ ਗੱਲ ਕਰਦੇ ਹਾਂ ਕਿ ਇਹਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ। ਜੇ ਮੈਂ ਪੇਪਰ ਭਰਨਾ ਹੈ, ਕਿਆ ਮੈਂ ਪੇਪਰ ਭਰ ਸਕਦੀ ਹਾਂ, ਮੈਂ ਇਹਦੇ ਲਈ ਐਲੀਜੀਬਲ ਹਾਂ ਕਿ ਨਹੀਂ, ਅਤੇ ਇਹਦੇ 'ਚ ਸਾਫ਼ ਲਿਖਿਆ ਹੈ ਕੈਂਡੀਡੇਟ ਹੈਜ਼ ਟੂ ਬੀ ਓਲਡਰ ਦੈਨ ਏਜ ਆਫ 18 ਅਗਰ ਤੁਸੀਂ ਇਹ ਪੇਪਰ ਭਰਨਾ ਚਾਹੁੰਦੇ ਹੋ। ਇਹਦੇ ਇਲਾਵਾ ਤੁਹਾਡੀ ਜੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਉਹਦਾ ਧਿਆਨ ਦੇਵੋ। ਜੇ ਤੁਸੀਂ ਪਹਿਲੀ ਤੋਂ 5ਵੀਂ ਲਈ ਪ੍ਰਾਇਮਰੀ ਟੀਚਰਸ ਲਈ ਅਪਲਾਈ ਕਰਨਾ ਚਾਹੁੰਦੇ ਹੋ, ਇਸ ਵੀਡੀਓ ਵਿੱਚ ਮੈਂ ਸਾਰਾ ਕੁਝ ਦੱਸਿਆ ਹੋਇਆ ਹੈ। ਇੱਕ ਤਾਂ ਤੁਸੀਂ ਸੀਨੀਅਰ ਸੈਕੰਡਰੀ ਵਿੱਚ 50% ਮਾਰਕਸ ਲੈਣੇ ਜ਼ਰੂਰੀ ਨੇ, ਔਰ ਤੁਸੀਂ ਫਾਈਨਲ ਈਅਰ ਦੇ 2 ਈਅਰ ਡਿਪਲੋਮਾ ਜਿਹੜਾ ਐਲੀਮੈਂਟਰੀ ਐਜੂਕੇਸ਼ਨ ਦਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਵੀ ਤੁਸੀਂ ਮਤਲਬ ਅਪੇਅਰ ਹੋਣੇ ਚਾਹੀਏ ਹੋ ਫਾਈਨਲ ਈਅਰ ਵਿੱਚ, ਅਤੇ ਤਾਂ ਤੁਸੀਂ ਇਹ ਪੇਪਰ ਦੇ ਸਕਦੇ ਹੋ। ਚਾਹੇ ਉਹ ਡਿਗਰੀ ਤੁਹਾਨੂੰ ਨਹੀਂ ਮਿਲੀ, ਪਰ ਤੁਸੀਂ ਅਜੇ ਫਾਈਨਲ ਈਅਰ ਲਈ ਅਪੇਅਰ ਕਰ ਰਹੇ ਹੋ। ਉਹਦੇ ਤੋਂ ਇਲਾਵਾ ਅਗਰ ਤੁਹਾਡੇ ਸੀਨੀਅਰ ਸੈਕੰਡਰੀ 'ਚ ਮਿਨੀਮਮ 45% ਮਾਰਕਸ ਨੇ, ਅਤੇ ਤੁਸੀਂ ਫਾਈਨਲ ਈਅਰ ਆਫ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ 'ਚ ਹੋ, ਤਾਂ ਵੀ ਤੁਸੀਂ ਐਲੀਜੀਬਲ ਹੋ। ਇਹਦੇ ਤੋਂ ਇਲਾਵਾ ਅਗਰ ਤੁਹਾਡੇ 45% ਨੰਬਰ ਸੀਨੀਅਰ ਸੈਕੰਡਰੀ 'ਚ ਨੇ, ਅਤੇ ਨਾਲ ਤੁਸੀਂ 4 ਸਾਲ ਦਾ ਬੈਚਲਰ ਇਨ ਐਲੀਮੈਂਟਰੀ ਐਜੂਕੇਸ਼ਨ ਕਰ ਰਹੇ ਹੋ, ਤਾਂ ਵੀ ਤੁਸੀਂ ਐਲੀਜੀਬਲ ਹੋ। ਅਤੇ ਜੇ ਤੁਸੀਂ 2 ਈਅਰ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਕਰ ਰਹੇ ਹੋ ਐਜੂਕੇਸ਼ਨ 'ਚ, ਤਾਂ ਵੀ ਤੁਸੀਂ ਐਲੀਜੀਬਲ ਹੋ।
ਪਰ ਸੀਨੀਅਰ ਸੈਕੰਡਰੀ 'ਚ 45% ਮਾਰਕਸ ਹੋਣੇ ਜ਼ਰੂਰੀ ਹਨ। ਜੇ ਤੁਸੀਂ ਆਪਣੀ ਕੰਪਲੀਟ ਗ੍ਰੈਜੂਏਸ਼ਨ ਕਰ ਲਈ ਹੈ ਜਾਂ ਤੁਸੀਂ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਕਰ ਰਹੇ ਹੋ ਤਾਂ ਵੀ ਤੁਸੀਂ ਪੇਪਰ ਭਰ ਸਕਦੇ ਹੋ। ਠੀਕ ਹੈ ਜੀ। ਹੁਣ ਅਸੀਂ ਅਪਰ ਪ੍ਰਾਇਮਰੀ ਟੀਚਰਾਂ ਦੀ ਗੱਲ ਕਰਦੇ ਹਾਂ ਜਿਹੜੇ 6 ਤੋਂ 8 ਲਈ ਪੇਪਰ ਭਰ ਰਹੇ ਹਨ। ਉਹ ਦੇਖ ਲੈਣ, ਜੇ ਉਹਨਾਂ ਨੇ ਗ੍ਰੈਜੂਏਸ਼ਨ ਕਰ ਲਈ ਹੈ ਜਾਂ ਉਹ ਐਲੀਮੈਂਟਰੀ ਐਜੂਕੇਸ਼ਨ ਦਾ 2 ਈਅਰ ਡਿਪਲੋਮਾ ਫਾਈਨਲ ਈਅਰ ਵਿੱਚ ਹਨ, ਉਹ ਵੀ ਪੇਪਰ ਭਰ ਸਕਦੇ ਹਨ। ਜੇ ਤੁਹਾਡੇ ਗ੍ਰੈਜੂਏਸ਼ਨ ਵਿੱਚ 50% ਮਾਰਕਸ ਹਨ, ਤੁਸੀਂ 1 ਈਅਰ ਐਜੂਕੇਸ਼ਨ ਅਪੇਅਰ ਕਰ ਰਹੇ ਹੋ ਬੀਐਡ, ਤਾਂ ਵੀ ਤੁਸੀਂ ਪੇਪਰ ਭਰ ਸਕਦੇ ਹੋ। ਜੇ ਤੁਹਾਡੇ ਗ੍ਰੈਜੂਏਸ਼ਨ 'ਚ ਐਟਲੀਸਟ 45% ਮਾਰਕਸ ਨੇ ਅਤੇ ਤੁਸੀਂ ਪਾਸ ਹੋ ਜਾਂ 1 ਈਅਰ ਐਜੂਕੇਸ਼ਨ ਬੀਐਡ ਵਿੱਚ ਕਰ ਰਹੇ ਹੋ ਤਾਂ ਵੀ ਤੁਸੀਂ ਪੇਪਰ ਦੇ ਸਕਦੇ ਹੋ। ਠੀਕ ਹੈ ਜੀ। ਜੇ ਤੁਸੀਂ ਸੀਨੀਅਰ ਸੈਕੰਡਰੀ ਵਿਦ ਮਿਨੀਮਮ 50% ਮਾਰਕਸ ਕੀਤੀ ਹੈ ਅਤੇ ਉਹਦੇ ਤੋਂ ਇਲਾਵਾ ਤੁਸੀਂ 4 ਸਾਲ ਦਾ BA BEd ਦਾ ਪ੍ਰੋਗਰਾਮ ਕਰ ਰਹੇ ਹੋ ਅਤੇ ਜਾਂ ਫਾਈਨਲ ਈਅਰ ਵਿੱਚ ਹੋ ਤਾਂ ਵੀ ਤੁਸੀਂ ਪੇਪਰ ਦੇ ਸਕਦੇ ਹੋ। ਜੇ ਤੁਸੀਂ ਗ੍ਰੈਜੂਏਸ਼ਨ 50% ਨਾਲ ਕੀਤੀ ਹੈ ਜਾਂ ਤੁਸੀਂ 1 ਈਅਰ BEd ਇਨ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ 'ਚ ਇਨਰੋਲਡ ਹੋ ਤਾਂ ਵੀ ਤੁਸੀਂ ਪੇਪਰ ਭਰ ਸਕਦੇ ਹੋ। ਇਹਦੇ ਤੋਂ ਇਲਾਵਾ ਨੋਟ ਕਰੋ, ਜੇ ਤੁਸੀਂ SC ST ਸਟੂਡੈਂਟ ਹੋ ਤਾਂ ਤੁਹਾਨੂੰ ਰਿਲੈਕਸੇਸ਼ਨ 5 ਮਾਰਕਸ ਦੀ ਦਿੱਤੀ ਜਾਵੇਗੀ। ਠੀਕ ਹੈ ਜੀ। ਇਹਦੇ ਤੋਂ ਇਲਾਵਾ ਅਗਰ ਅਸੀਂ ਗੱਲ ਕਰਦੇ ਹਾਂ ਕਿ ਫਾਰਮ ਕਿਵੇਂ ਭਰਨਾ ਹੈ, ਐਪਲੀਕੇਸ਼ਨ ਕਿਵੇਂ ਭਰਨੀ ਹੈ, ਤਾਂ ਧਿਆਨ ਦੇਵੋ, ਜਿਹੜੀ ਵੈਬਸਾਈਟ ਤੁਹਾਨੂੰ ਆਫੀਸ਼ੀਅਲ ਮੈਂ ਉੱਪਰ ਦਿਖਾਈ ਸੀ, ਤੁਸੀਂ ਉਸ ਸਾਈਟ 'ਤੇ ਜਾਣਾ ਹੈ। ਨਿਊ ਰਜਿਸਟ੍ਰੇਸ਼ਨ ਅਤੇ ਐਪਲੀਕੇਸ਼ਨ ਲੌਗਇਨ ਲਿੰਕ ਬਣਾਉਣਾ ਹੈ। ਠੀਕ ਹੈ। ਉਸ ਤੋਂ ਬਾਅਦ ਜੇ ਤੁਸੀਂ ਰਜਿਸਟਰ ਕਰ ਲਿਆ ਫਿਰ ਤੁਸੀਂ ਪ੍ਰੋਸੀਡ ਆਪਸ਼ਨ ਦਬਾਓਗੇ। ਪ੍ਰੋਸੀਡ ਆਪਸ਼ਨ ਤੋਂ ਬਾਅਦ ਤੁਹਾਨੂੰ ਕ੍ਰੈਡੈਂਸ਼ੀਅਲਸ ਮਿਲ ਜਾਣਗੇ ਜੋ ਤੁਹਾਡੀ ਮੇਲ ID ਦੇ ਉੱਤੇ ਆਉਣਗੇ। ਧਿਆਨ ਦੇਵੋ, ਤੁਹਾਡੀ ਈਮੇਲ ID ਦੇ ਉੱਪਰ ਉਹ ਕ੍ਰੈਡੈਂਸ਼ੀਅਲਸ ਆਉਣਗੇ। ਠੀਕ ਹੈ ਜੀ। ਉਹਦੇ ਤੋਂ ਬਾਅਦ ਤੁਸੀਂ ਆਪਣੀ ਫੋਟੋ ਅਤੇ ਆਪਣੇ ਸਿਗਨੇਚਰ ਅਪਲੋਡ ਕਰਨੇ ਨੇ। ਉਹਦਾ ਵੀ ਇੱਕ ਮਿਨੀਮਮ ਸਾਈਜ਼ ਹੁੰਦਾ ਹੈ, ਉਹ JPG ਫਾਰਮੈਟ ਵਿੱਚ ਹੁੰਦੀ ਹੈ। ਜਿਹੜਾ ਫਾਰਮੈਟ ਤੁਹਾਡੇ ਕੋਲ ਮੰਗਿਆ ਜਾਵੇ ਤੁਸੀਂ ਉਹੀ ਫਾਰਮੈਟ ਭਰਨਾ ਹੈ। ਮੈਂ ਜਲਦੀ ਹੀ ਵੀਡੀਓ ਇੱਕ ਹੋਰ ਲੈ ਕੇ ਆਵਾਂਗੀ ਕਿ ਇਹਦਾ ਫਾਰਮ ਕਿਵੇਂ ਭਰਨਾ ਹੈ ਤਾਂ ਕਿ ਤੁਸੀਂ ਆਸਾਨੀ ਨਾਲ ਭਰ ਸਕੋ। ਅਤੇ ਪਲੀਜ਼ ਆਪਣੀ ਫੋਟੋ ਅਤੇ ਆਪਣੇ ਸਿਗਨੇਚਰ ਦਾ ਸਾਈਜ਼ ਬਰਾਬਰ ਰੱਖਿਓ। ਜਿਹੜਾ ਉਹਨਾਂ ਨੇ ਸਾਈਜ਼ ਉੱਥੇ KB 'ਚ ਮੰਗਿਆ ਹੋਵੇਗਾ ਉਹੀ ਸਾਈਜ਼ ਨਾਲ ਤੁਸੀਂ ਫੋਟੋ ਅਤੇ ਸਿਗਨੇਚਰਸ ਪਾਉਣੇ ਹਨ ਤਾਂ ਤੁਹਾਨੂੰ ਫਾਰਮ ਭਰਨ 'ਚ ਕੋਈ ਵੀ ਪ੍ਰੋਬਲਮ ਨਾ ਆਵੇ। ਇਸ ਤੋਂ ਬਾਅਦ ਤੁਸੀਂ ਪੇਮੈਂਟ ਕਰੋਗੇ, ਜੋ ਤੁਹਾਨੂੰ ਫੀਸ ਦੱਸੀ ਗਈ, ਮੈਂ ਤਾਂ ਨੀਚੇ ਦੱਸਾਂਗੀ ਕਿੰਨੀ ਫੀਸ ਹੈ ਵੈਸੇ ਤੁਹਾਨੂੰ, ਪਰ ਜੋ ਵੀ ਫੀਸ ਦੱਸੀ ਹੋਏਗੀ ਤੁਸੀਂ ਉਹ ਭਰਨੀ ਹੈ। ਅਤੇ ਜਿਵੇਂ ਤੁਸੀਂ ਸਬਮਿਟ ਬਟਨ ਕਰੋਗੇ ਤੁਹਾਡੀ ਐਪਲੀਕੇਸ਼ਨ ਅਪਲਾਈ ਹੋ ਜਾਏਗੀ, ਤੁਸੀਂ ਆਪਣਾ ਫਾਰਮ ਸਬਮਿਟ ਕਰ ਪਾਓਗੇ। ਹੁਣ ਅਸੀਂ ਫੀਸ ਦੀ ਗੱਲ ਕਰ ਲੈਂਦੇ ਹਾਂ। ਜੇ ਅਸੀਂ ਫੀਸ ਦੀ ਗੱਲ ਕਰਦੇ ਹਾਂ ਜਿਹੜੀ PSTT ਦੀ ਐਗਜ਼ਾਮਸ ਦੀ ਹੈ, ਧਿਆਨ ਦੇਵੋ, ਇਹਦੇ ਵਿੱਚ ਜੇ ਤੁਸੀਂ ਜਨਰਲ ਕੈਟੇਗਰੀ ਦੇ ਅੰਦਰ ਇਹ ਪੇਪਰ ਭਰ ਰਹੇ ਹੋ ਤਾਂ ਪੇਪਰ 1 ਦੀ ਫੀਸ 600 ਰੁਪੀਜ਼ ਹੈ ਅਤੇ ਜੇ ਤੁਸੀਂ ਪੇਪਰ 2 ਲਈ ਭਰ ਰਹੇ ਹੋ ਉਹਦੀ ਵੀ 600 ਹੈ। ਅਤੇ ਦੋਨੋਂ ਪੇਪਰ ਭਰਨਾ ਚਾਹੁੰਦੇ ਹੋ ਤਾਂ ਭਰ ਸਕਦੇ ਹੋ, ਪਰ ਫੀਸ ਅਲੱਗ ਅਲੱਗ ਦੇਣੀ ਪਏਗੀ ਜੋ 1200 ਰੁਪੀਜ਼ ਟੋਟਲ ਬਣੇਗਾ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਫਿਜ਼ੀਕਲੀ ਹੈਂਡੀਕੈਪ ਦੀ। SC ST ਵਾਲੇ ਟੀਚਰਸ ਜਾਂ ਸਟੂਡੈਂਟ ਜੋ ਫਾਰਮ ਭਰਨ ਜਾ ਰਹੇ ਹਨ ਉਹਨਾਂ ਦੀ ਪੇਪਰ 1 ਦੀ ਫੀਸ ਜੋ ਇਸ ਕੈਟੇਗਰੀ 'ਚ ਪੇਪਰ ਭਰਨਗੇ ਉਹਨਾਂ ਦੀ 300 ਰੁਪਇਆ ਹੈ ਔਰ ਪੇਪਰ 2 ਦੀ ਵੀ 300 ਹੈ। ਅਗਰ ਟੋਟਲ ਮਿਲਾਓ ਤਾਂ ਦੋਨੇ ਭਰਨੇ ਹੋਣ ਤਾਂ 600 ਰੁਪਇਆ ਹੈ। ਐਕਸ ਸਰਵਿਸਮੈਨ ਦੀ ਕੋਈ ਫੀਸ ਨਹੀਂ ਹੈ। ਮੈਂ ਫਿਰ ਦੱਸ ਰਹੀ ਹਾਂ, ਐਕਸ ਸਰਵਿਸਮੈਨ ਦੀ ਕੋਈ ਫੀਸ ਨਹੀਂ ਹੈ। ਹੁਣ ਅਸੀਂ ਬਹੁਤ ਹੀ ਜ਼ਰੂਰੀ ਹੋਰ ਗੱਲ ਕਰਦੇ ਹਾਂ ਕਿ ਪੇਪਰ ਕਿੰਨੇ ਮਾਰਕਸ ਦਾ ਹੋਵੇਗਾ। ਇਹ ਅਸੀਂ ਐਗਜ਼ਾਮ ਪੈਟਰਨ ਚੈੱਕ ਕਰਦੇ ਹਾਂ ਹੁਣ, ਅਤੇ ਇਹ PDF ਫਾਈਲ ਤੁਹਾਡੇ ਲਈ ਬਹੁਤ ਹੈਲਪਫੁਲ ਹੋਏਗੀ, ਇਹਨੂੰ ਮਿਨਿਊਟਲੀ ਦੇਖ ਲਿਓ। ਠੀਕ ਹੈ ਜੀ। ਜਿਵੇਂ ਅਸੀਂ ਪੇਪਰ 1 'ਚ ਗੱਲ ਕੀਤੀ, ਮੈਂ ਤੁਹਾਨੂੰ ਦੱਸਿਆ ਸੀ ਕਿ ਚਾਈਲਡ ਡਿਵੈਲਪਮੈਂਟ ਅਤੇ ਪੈਡਾਗੋਗੀ ਬਹੁਤ ਹੀ ਕੰਪਲਸਰੀ ਹੈ, ਇਹਨੂੰ ਕਲੀਅਰ ਵੀ ਕਰਨਾ ਹੈ। ਇਹਦੇ 30 ਕੁਐਸਚਨ 30 ਨੰਬਰ ਦੇ ਹੋਣਗੇ। ਲੈਂਗੁਏਜ 1 ਦੇ 30 ਕੁਐਸਚਨ 30 ਨੰਬਰਾਂ ਦੇ ਹੋਣਗੇ। ਲੈਂਗੁਏਜ 2 ਦੇ 30 ਕੁਐਸਚਨ 30 ਨੰਬਰਾਂ ਦੇ ਹੋਣਗੇ ਅਤੇ ਇਹ ਟੋਟਲ 90 ਨੰਬਰ ਹੋ ਗਏ ਪੇਪਰ 1 ਲਈ ਜਿਹੜੇ ਤੁਸੀਂ ਤਿਆਰ ਕਰਨੇ ਹਨ। ਇਹਦੇ ਤੋਂ ਬਾਅਦ ਮੈਥ ਦੇ ਵੀ 30 ਕੁਐਸਚਨ 30 ਨੰਬਰਾਂ ਦੇ, ਇਨਵਾਇਰਮੈਂਟ ਸਟੱਡੀ ਦੇ ਵੀ 30 ਕੁਐਸਚਨ 30 ਨੰਬਰਾਂ ਦੇ। ਅਤੇ ਜੇ ਅਸੀਂ ਹੁਣ ਦੇਖੀਏ ਸਾਡਾ ਪੇਪਰ 1 ਦਾ ਜਿਹੜਾ ਟੋਟਲ ਮਾਰਕਸ ਹੈ ਉਹ 150 ਨੰਬਰ ਦੇ ਹਨ। ਠੀਕ ਹੈ ਜੀ। ਹੁਣ ਅਸੀਂ ਪੇਪਰ 2 ਵਾਲੇ ਟੀਚਰਾਂ ਦੀ ਗੱਲ ਕਰਦੇ ਹਾਂ। ਇਹਨਾਂ ਨੇ ਕੀ ਤਿਆਰੀ ਕਰਨੀ ਹੈ। ਇਹਨਾਂ ਲਈ ਵੀ ਚਾਈਲਡ ਡਿਵੈਲਪਮੈਂਟ ਅਤੇ ਪੈਡਾਗੋਗੀ ਬਹੁਤ ਜ਼ਰੂਰੀ ਹੈ। 30 ਕੁਐਸਚਨ 30 ਨੰਬਰਾਂ ਦੇ। ਲੈਂਗੁਏਜ 1 ਲੈਂਗੁਏਜ 2 ਦੋਨੋਂ ਹੀ ਆਉਣਗੇ, ਮੈਂ ਤੁਹਾਨੂੰ ਦੱਸਿਆ ਸੀ। ਲੈਂਗੁਏਜ 1 ਵਿੱਚ ਤੁਸੀਂ ਪੰਜਾਬੀ ਜਾਂ ਹਿੰਦੀ ਕੁਛ ਇੱਕ ਚੂਜ਼ ਕਰਨਾ ਹੈ, ਉਹਦੇ ਵੀ 30 ਕੁਐਸਚਨ 30 ਨੰਬਰਾਂ ਦੇ। ਅਤੇ ਜੇ ਤੁਸੀਂ ਲੈਂਗੁਏਜ 2 'ਚ ਇੰਗਲਿਸ਼, ਉਰਦੂ ਜਾਂ ਸੰਸਕ੍ਰਿਤ 'ਚ ਕੁਛ ਲੈਂਦੇ ਹੋ, ਚੂਜ਼ ਕਰਦੇ ਹੋ, ਉਹਦੇ ਵੀ 30 ਨੰਬਰ 30 ਕੁਐਸਚਨਸ ਦੇ ਆਉਣਗੇ। ਹੁਣ ਅਸੀਂ ਗੱਲ ਕਰਦੇ ਹਾਂ, ਇਹ ਤਾਂ ਤੁਹਾਡੇ 90 ਨੰਬਰ ਇਹਦੇ ਹੋ ਗਏ। ਉਸ ਤੋਂ ਇਲਾਵਾ ਤੁਸੀਂ ਅਗਰ ਮੈਥਸ ਦੇ ਟੀਚਰਸ ਹੋ ਜਾਂ ਸਾਇੰਸ ਦੇ ਹੋ, ਤੁਹਾਡੇ 60 ਕੁਐਸਚਨ ਆਉਣੇ ਹਨ ਅਤੇ ਜੇ SST ਦੇ ਤਾਂ ਉਹਦੇ ਵੀ 60 ਕੁਐਸਚਨ ਆਉਣੇ ਹਨ।
ਤੇ 60 ਮਾਰਕਸ ਦੇ ਇਹ ਹੋ ਗਏ ਤੇ ਟੋਟਲ 150 ਮਾਰਕਸ ਦੇ ਇਹ ਤੁਹਾਡਾ ਪੇਪਰ 2 ਆ ਗਿਆ। ਠੀਕ ਹੈ ਜੀ। ਪੇਪਰ 2 ਦੀਆਂ ਟੀਚਰਾਂ ਚਾਈਲਡ ਪੈਡਾਗੋਗੀ ਹੋ ਗਿਆ, ਡਿਵੈਲਪਮੈਂਟ ਹੋ ਗਈ, ਲੈਂਗੁਏਜ 1, ਲੈਂਗੁਏਜ 2 ਤੇ ਸਾਇੰਸ ਤੇ ਜਾਂ ਮੈਥ ਤੇ ਸੋਸ਼ਲ ਸਟੱਡੀ ਦੀ ਤਿਆਰੀ ਤੁਹਾਨੂੰ ਇੱਕ ਦੀ ਕਰਨੀ ਪਏਗੀ, ਜਿਹਦੇ ਵਿੱਚ ਤੁਸੀਂ ਟੀਚਰ ਹੋ, ਜਿਹੜਾ ਵੀ ਤੁਸੀਂ ਅਪਲਾਈ ਕਰ ਰਹੇ ਹੋ। ਠੀਕ ਹੈ ਜੀ। ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਇਹਦੇ ਰਿਜ਼ਲਟ ਦਾ ਕਿੰਨੇ % ਮਾਰਕਸ ਤੁਹਾਨੂੰ ਲੈਣੇ ਪੈਣਗੇ। ਮਿਨੀਮਮ ਜੋ ਤੁਹਾਨੂੰ 60% ਮਾਰਕਸ ਲੈਣੇ ਪੈਣਗੇ। ਬਸ SC ST ਤੇ OBC ਕੈਟੇਗਰੀ ਵਾਲਿਆਂ ਵਾਸਤੇ 5% ਦੀ ਰਿਲੈਕਸੇਸ਼ਨ ਹੈ। ਠੀਕ ਹੈ ਜੀ। ਹੁਣ ਅਸੀਂ ਕੱਟ ਆਫ ਦੀ ਗੱਲ ਕਰਦੇ ਹਾਂ ਤੇ ਇਹਦੀ ਕੱਟ ਆਫ ਜਿਵੇਂ ਜਾਂਦੀ ਹੈ, ਯੂਜੂਅਲੀ ਜਨਰਲ ਦੀ 90 ਤੋਂ 95 ਪੇਪਰ 1 ਤੇ 95 ਤੋਂ 100 ਪੇਪਰ 2 ਐਕਸਪੈਕਟਡ ਹੈ। OBC ਦੀ 85 ਤੋਂ 90 ਤੇ ਪੇਪਰ 2 ਦੀ 90 ਤੋਂ 95, SC ਦੀ 75 ਤੋਂ 80 ਤੇ 80 ਤੋਂ 85 ਪੇਪਰ 2 ਦੀ। ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਇਹ PDF ਫਾਈਲ ਤੁਹਾਡੇ ਲਈ ਹੀ ਦਿੱਤੀ, ਧਿਆਨ ਨਾਲ ਦੇਖ ਲਓ ਜੀ। ਇਹਦੇ ਵਿੱਚ ਮੈਂ ਸਾਰਾ ਕੁਝ ਕੱਟ ਆਫ ਬਾਰੇ ਦੱਸਿਆ, ਤੁਹਾਨੂੰ ਸਿਲੇਬਸ ਬਾਰੇ ਦੱਸਿਆ, ਪੇਪਰ ਕਿੰਨੇ ਨੰਬਰ ਦਾ ਆਏਗਾ, ਐਗਜ਼ਾਮ ਦਾ ਪੈਟਰਨ ਕੀ ਹੋਵੇਗਾ, ਪੇਪਰ ਕਿਵੇਂ ਭਰਨਾ ਹੈ, ਇਹਦਾ ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਹੈ, ਇਹਦੀ ਫੀਸ ਕੀ ਹੈ, ਤੁਹਾਨੂੰ ਸਾਰਾ ਕੁਝ ਡਿਟੇਲ 'ਚ ਦੱਸਿਆ ਹੈ। ਫਿਰ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਜਾਂ ਕੁਐਸਚਨ ਹੋਵੇ ਤੁਸੀਂ ਕਮੈਂਟ ਬਾਕਸ 'ਚ ਪਾ ਸਕਦੇ ਹੋ। ਤੇ ਪਲੀਜ਼ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਤਾਂ ਕਿ ਮੈਂ ਇਹਦੇ ਨਾਲ ਦੀਆਂ ਹੋਰ ਵੀਡੀਓਜ਼ ਬਣਾਵਾਂ। ਤੇ ਹੁਣ ਜਲਦੀ ਹੀ ਮੈਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੀ ਕਿ ਫਾਰਮ ਕਿਵੇਂ ਭਰਨਾ ਹੈ, ਤੇ ਉਸ ਤੋਂ ਬਾਅਦ ਪੇਪਰ ਦੀ ਤਿਆਰੀ ਦੀਆਂ ਵੀ ਕੁਝ ਵੀਡੀਓਜ਼ ਬਣਾਵਾਂਗੀ ਜੋ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ। ਤੇ ਇਹ ਸਾਈਟ ਨੂੰ ਧਿਆਨ ਨਾਲ ਨੋਟ ਕਰ ਲਓ, ਇਹਦੇ ਤੇ ਹੀ ਤੁਸੀਂ ਪੇਪਰ ਦਾ ਆਪਣਾ ਫਾਰਮ ਜੋ ਹੈ ਉਹ ਫਿਲ ਕਰਨਾ ਹੈ। ਠੀਕ ਹੈ ਜੀ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਤੇ ਥੈਂਕਸ ਫॉर ਦਿਸ। ਧੰਨਵਾਦ ਤੁਹਾਡੇ ਸਾਰਿਆਂ ਦਾ। ਜਲਦੀ ਮੈਂ ਹੋਰ ਵੀਡੀਓ ਲੈ ਕੇ ਆਵਾਂਗੀ। ਓਕੇ, ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਲਾਈਕ ਦਾ ਬਟਨ ਦਬਾਉਣਾ ਨਾ ਭੁੱਲੋ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਓਕੇ ਜੀ, ਬਾਏ।